श्री हरकृष्ण ध्याइए जिस डिठे सब दुख जाए। बाला प्रीतम धन धन साहिब श्री गुरु हरकृष्ण साहिब जी की चरण छो प्राप्त यह स्थान गुरुद्वारा पंजोकड़ा साहब अंबाला में स्थित यह स्थान दिल्ली तो तकरीबन 4 घंटे की दूरी ते है, जिन्होंने तय करने वास्ते 215 किलोमीटर का सफ़र तय करना पैंदा है। यह वो स्थान है जिथे पंडित लाल चंद की शंका दूर करने वास्ते सच्चे पातशाह ने झज्जू चेवर के सिर ते छड़ी रख के गीता के श्लोकों का पाठ उस तो करवाया सी। बहुत मानता है इस स्थान की। ਇਹਦੇ दर्शन करने वास्ते लोग दूरों दूरों आते हैं तो सरोवर स्नान करके अपने दुख दर्द दूर करते हैं, ऐसा लोगों का मनना है। आओ आप जी नूं गुरुद्वारा साहब के दर्शन करवाने तो इत्थे दा विस्तृत इतिहास ज्ञानी जी तो पता करके आप जी नूं भी दसने। तू प्रभु दाता दान मत पूरा, हम थारे भिखारी जियो। मैं क्या मांगू किछ थिर ना रहाई, हर दी जैना प्यारी जियो। इस स्थान ते बाला प्रीतम साहिब श्री गुरु हरकृष्ण ਸਾਹਿਬ महाराज जी ने 1720 ਸੰਮਤ 7-8-9 ਮਾਘ ਸੁਦੀ ਨੂੰ ਕੀਰਤਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਨੂੰ ਜਾਂਦਿਆਂ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ 3 ਦਿਨ ਠਹਿਰੇ ਸਨ। ਇਸ ਪਾਵਨ ਅਸਥਾਨ ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਠਹਿਰੇ ਸਨ ਤਾਂ ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਤ, ਜਿਸ ਨੇ ਬਹੁਤ ਸਾਰੀ ਸੰਗਤ ਨੂੰ ਦੇਖ ਕਰਕੇ ਸਵਾਲ ਕੀਤਾ ਕਿ ਆਪਣੇ ਨਗਰ ਦੇ ਵਿੱਚ ਕੌਣ ਆਇਆ ਹੈ, ਇਤਨੀ ਰੌਣਕ ਕਿਉਂ ਹੈ। ਸੰਗਤਾਂ ਦੇ ਵਿੱਚੋਂ ਦੱਸਣਾ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਦੇ 8ਵੇਂ ਵਾਰਸ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਹੋਏ ਹਨ। ਤਾਂ ਇਸ ਗੱਲ ਨੂੰ ਸੁਣ ਕੇ ਪੰਡਤ ਕਹਿਣ ਲੱਗਾ ਕਿ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਹੋਏ ਹਨ, ਕਿ ਉਹਨਾਂ ਤੋਂ ਵੱਡਾ ਨਾਂ ਰਖਾ ਕੇ ਇਹ ਆਪਣੇ ਆਪ ਨੂੰ ਗੁਰੂ ਕਹਾ ਰਹੇ ਹਨ। ਕਿ ਇਹ ਮੇਰੇ ਸਵਾਲਾਂ ਦਾ ਜਵਾਬ ਇਹ ਭਗਵਦ ਗੀਤਾ ਦੇ ਅਰਥ ਕਰ ਸਕਦੇ ਹਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਹਿਣਾ ਕੀਤਾ ਕਿ ਪੰਡਤ ਨੂੰ ਸਾਡੇ ਪਾਸ ਬੁਲਾਵੋ, ਅਸੀਂ ਉਹਦੇ ਹਰ ਸਵਾਲ ਦਾ ਜਵਾਬ ਦੇਵਾਂਗੇ। ਤਾਂ ਪੰਡਤ ਜੀ ਜਦੋਂ ਸਤਿਗੁਰਾਂ ਦੇ ਪਾਸ ਪਹੁੰਚੇ ਤਾਂ ਉਹਨਾਂ ਨੇ ਆਣ ਕੇ ਸਵਾਲ ਕੀਤਾ ਕਿ ਮਹਾਰਾਜ, ਆਪ ਆਪਣੇ ਆਪ ਨੂੰ ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਦੇ ਨਾਲੋਂ ਵੱਡਾ ਨਾਂ ਰਖਾਇਆ ਹੈ, ਕੀ ਤੁਸੀਂ ਭਗਵਦ ਗੀਤਾ ਦੇ ਅਰਥ ਕਰ ਸਕਦੇ ਹੋ ਤੇ ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੇਰੇ ਹਰ ਸਵਾਲ ਦਾ ਜਵਾਬ ਅਤੇ ਗੀਤਾ ਦੇ ਅਰਥ ਕਰ ਸਕਦੇ ਹਾਂ, ਪਰ ਤੇਰੇ ਮਨ ਦਾ ਸ਼ੰਕਾ ਨਿਵਰਤ ਨਾ ਵੀ ਹੋਵੇਗਾ, ਕਾਰਨ ਕਿ ਅਸੀਂ ਗੁਰੂ ਪੜਪੋਤਰੇ ਗੁਰੂ ਪੁੱਤਰ ਤੇ ਖੁਦ ਹੁਣ ਗੁਰੂ ਹਾਂ। ਤੁਹਾਡੇ ਮਨ ਵੀ ਸਵਾਲ ਹੋਵੇਗਾ, ਕਿਸੇ ਤੋਂ ਸਿੱਖ ਲਿਆ ਹੋਵੇਗਾ, ਸੁਣ ਲਿਆ ਹੋਵੇਗਾ ਤਾਂ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਹੈ। ਇਸ ਲਈ ਤੁਸੀਂ ਆਪਣੇ ਨਗਰ ਵਿੱਚ ਜਾਵੋ, ਕਿਸੇ ਵੀ ਐਸੇ ਮਨੁੱਖ ਨੂੰ ਲੈ ਕੇ ਆਵੋ, ਅਸੀਂ ਤੇਰੇ ਸਵਾਲਾਂ ਦਾ ਜਵਾਬ ਤੇ ਗੀਤਾ ਦੇ ਅਰਥ ਕਰਵਾ ਦੇਵਾਂਗੇ। ਪੰਡਤ ਸਤਿਗੁਰਾਂ ਦਾ ਵਚਨ ਸੁਣ ਕੇ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚੋਂ ਇੱਕ ਐਸੇ ਮਨੁੱਖ ਨੂੰ ਲੈ ਕੇ ਆਇਆ ਜੋ ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ ਸੀ। ਸਤਿਗੁਰਾਂ ਦੇ ਸਨਮੁਖ ਲਿਆ ਕੇ ਪੇਸ਼ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਅੰਮ੍ਰਿਤ ਸਰੋਵਰ ਤੁਹਾਨੂੰ ਦਿਖਾਈ ਦੇਖ ਰਿਹਾ ਹੈ, ਇਸ ਅੰਮ੍ਰਿਤ ਸਰੋਵਰ ਦੇ ਵਿੱਚ ਉਸ ਸਮੇਂ ਇਹ ਛਪੜੀ ਰੂਪ ਦੇ ਵਿੱਚ ਸੀ। ਇਸ ਛਪੜੀ ਦੇ ਵਿੱਚ ਇਸ਼ਨਾਨ ਕਰਾਇਆ, ਉਸ ਉਪਰੰਤ ਉਹਦੇ ਸਾਫ ਸੁਥਰੇ ਵਸਤਰ ਪਹਿਨਾਏ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਡਤ ਨੂੰ ਕਹਿਣਾ ਕੀਤਾ ਕਿ ਆਪ ਗੀਤਾ ਦਾ ਸ਼ਲੋਕ ਬੋਲੋ, ਤੇਰੇ ਹਰ ਸਵਾਲ ਦਾ ਜਵਾਬ ਅਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਸੁਣ ਕੇ ਕਹਿਣ ਲੱਗਾ ਕਿ ਆਪ ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰਦੇ ਹੋ, ਠੀਕ ਹੈ, ਮੈਂ ਤੁਹਾਡੇ ਕਹਿਣ ਅਨੁਸਾਰ ਗੀਤਾ ਦਾ ਸ਼ਲੋਕ ਪੜ੍ਹ ਦਿੰਦਾ ਹਾਂ, ਪਰ ਇਸ ਮਨੁੱਖ ਦੇ ਵੱਸ ਦੀ ਗੱਲ ਨਹੀਂ। ਜਦ ਇਸ ਸਮੇਂ ਉਸ ਪੰਡਤ ਨੇ ਸ਼ਲੋਕ ਉਚਾਰਨ ਕੀਤਾ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥ ਦੇ ਵਿੱਚ ਇੱਕ ਛੜੀ ਰੱਖਿਆ ਕਰਦੇ ਸਨ। ਉਹ ਛੜੀ ਉਸ ਸਿਰ ਦੇ ਉੱਪਰ ਰੱਖੀ ਤੇ ਤਦ ਛਨ ਹੀ ਜੋ ਛੱਜੂ ਸੀ ਉਹ ਗੀਤਾ ਦੇ ਅਰਥ ਕਰਨ ਲੱਗਾ। ਐਸੇ ਦਿਵ ਦ੍ਰਿਸ਼ਟੀ ਅਰਥ ਕੀਤੇ ਤੇ ਛੱਜੂ ਦੇ ਮਨ ਦੇ ਵਿੱਚੋਂ ਭਰਮ ਦੂਰ ਹੋ ਗਿਆ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਗੂੰਗਾ ਬੋਲਾ ਇਨਸਾਨ ਛੜੀ ਧਰਦਿਆਂ ਗੂੰਗਾ ਤੋਤੇ ਵਾਂਗੂ ਬੋਲਣ ਲੱਗਾ ਤੇ ਐਸੇ ਭਗਵਦ ਗੀਤਾ ਦੇ ਅਰਥ ਅੱਜ ਤੱਕ ਮੈਂ ਵੀ ਨਹੀਂ ਕਰ ਸਕਿਆ ਜੋ ਇਹ ਛੱਜੂ ਕਰ ਰਹੇ ਆ। ਇਸ ਪ੍ਰਕਾਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੌਤਕ ਵਰਤਾਇਆ ਤੇ ਪੰਡਤ ਦਾ ਮਹਾਨ ਅਹੰਕਾਰ ਟੁੱਟ ਗਿਆ ਤੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਮਹਾਰਾਜ ਮੈਂ ਤੁਹਾਨੂੰ ਬੱਚਾ ਜਾਣ ਕਰਕੇ ਬਾਲਕ ਜਾਣ ਕਰਕੇ ਗਲਤੀ ਕਰ ਬੈਠਾ ਹਾਂ, ਕਿਰਪਾ ਕਰੋ ਮੈਨੂੰ ਬਖਸ਼ ਲਵੋ ਤੇ ਮੈਨੂੰ ਆਪਣੇ
ਚਰਨਾਂ ਦਾ ਪ੍ਰੇਮ ਭਰੋਸਾ ਆਪਣੀ ਗੁਰਸਿੱਖੀ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਆਪਣੇ ਧਰਮ ਦੇ ਵਿੱਚ ਰਹਿ ਕਰਕੇ ਆਪਣੇ ਧਰਮ ਦੀ ਪਾਲਣਾ ਕਰੋ। ਕਹਿੰਦਾ ਨਹੀਂ ਪਾਤਸ਼ਾਹ, ਮੈਂ ਹੁਣ ਆਪ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ ਹਾਂ, ਇਸ ਕਰਕੇ ਕਿਰਪਾ ਕਰੋ ਕਿ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੈਰਾਂ ਦਾ ਚਰਨਾਮਤ ਜਲ ਛਕਾ ਕੇ ਭਾਈ ਲਾਲ ਚੰਦ ਨੂੰ ਆਪਣੇ ਸਿੱਖ ਬਣਾਇਆ। ਤੇ ਇਸ ਭਾਈ ਲਾਲ ਚੰਦ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਇਲਾਕੇ ਵਿੱਚ ਸੇਵਾ ਕਰਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੰਮ੍ਰਿਤ ਛਕ ਕੇ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਤੇ ਚਮਕੌਰ ਦੀ ਗੜੀ ਦੇ ਵਿੱਚ ਇਹ ਚਾਰ ਸਾਹਿਬਜ਼ਾਦਿਆਂ ਦੇ ਨਾਲ, ਵੱਡੇ ਸਾਹਿਬਜ਼ਾਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ। ਅਨਹਦ ਨਾਦ ਬਾਬਾ ਚਰਨਾਂ 'ਚ ਰੱਖੀ ਸਦਾ। ਜਿਸ ਸਰੋਵਰ ਸਾਹਿਬ ਦੇ ਆਪ ਇਸ ਵਕਤ ਦਰਸ਼ਨ ਕਰ ਰਹੇ ਹੈਗੇ ਹੋ, ਇਸ ਦੇ ਬਾਰੇ 'ਚ ਲੋਕਾਂ ਦੀ ਆਸਥਾ ਹੈ ਕਿ ਜਿਹੜੇ ਬੱਚੇ ਸੁਣ ਜਾਂ ਬੋਲ ਨਹੀਂ ਸਕਦੇ, ਅਗਰ ਉਹ ਇੱਥੇ 5 ਐਤਵਾਰ ਆ ਕੇ ਇਸ਼ਨਾਨ ਕਰਦੇ ਨੇ ਤੇ ਉਹ ਬੱਚੇ ਨਿਰੋਗ ਹੋ ਜਾਂਦੇ ਨੇ। ਬਹੁਤ ਸਾਰੇ ਲੋਕਾਂ ਦੀ ਕਈ ਸਾਰੀ ਕਹਾਣੀਆਂ ਅਸੀਂ ਸੁਣੀਆਂ ਨੇ ਜਿਹੜੀਆਂ ਕਿ ਸੱਚ ਨੇ। जैसा तू करे तैसा को होए, तुझ बिन दूजा नाही कोई। जैसा तू करे तैसा को होए। ਗੁਰਦੁਆਰੇ ਦੇ ਜਿਸ ਸਥਾਨ ਤੇ ਅਸੀਂ ਖਲੋਤੇ ਹੈਗੇ ਆ, ਇਹ ਗੁਰਦੁਆਰੇ ਦਾ ਪਿਛਲਾ ਪਾਸਾ ਹੈਗਾ, ਜਿੱਥੋਂ ਇੱਕ ਰਸਤਾ ਥੱਲੇ ਬੇਸਮੈਂਟ ਵਿੱਚ, ਜਿਹਨੂੰ ਪੌਰਾ ਸਾਹਿਬ ਆਖਿਆ ਜਾਂਦਾ ਹੈਗਾ, ਉੱਥੇ ਜਾਂਦਾ ਹੈਗਾ। आओ तुहानू उहदे दर्शन कराने हैं। नाही कोए जेही तू मत दे तेही को पावे, तुद आपे भावे तिवे आप। जिस पौरा साहब दे आप इस वक्त दर्शन कर रहे हैगे हो, ਇਹ ਉਹ ਸਥਾਨ ਹੈ ਜਿਹੜਾ ਕਿ ਪੁਰਾਤਨ ਸਥਾਨ ਮੰਨਿਆ ਜਾਂਦਾ ਹੈਗਾ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇਸ ਛੋਟੇ ਜਿਹੇ ਸਥਾਨ ਦੇ ਉੱਤੇ ਖੜੀ ਹੈ, ਇਸ ਕਰਕੇ ਇਹ ਸਥਾਨ ਇੱਕ ਬੇਸਮੈਂਟ ਜਾਂ ਪੌਰੇ ਦੇ ਰੂਪ ਵਿੱਚ ਪਰਿਵਰਤਿਤ ਹੋ ਗਿਆ। ਆਪ ਜੀ ਇੱਥੇ ਦੇਖ ਸਕਦੇ ਹੈਗੇ ਹੋ, ਇਹ ਸਥਾਨ ਇੱਕ ਉੱਚਾ ਚਬੂਤਰੇ ਦੇ ਰੂਪ ਵਿੱਚ ਬਣਿਆ ਹੋਇਆ ਹੈ, ਜਿੱਥੇ ਨਾਨਕਸ਼ਾਹੀ ਇੱਟਾਂ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ, ਜਿਹਨੂੰ ਸ਼ੀਸ਼ੇ ਨਾਲ ਕਵਰ ਕਰਕੇ ਰੱਖਿਆ ਹੋਇਆ ਹੈ। ਜਿਸ ਨਿਸ਼ਾਨ ਸਾਹਿਬ ਦੇ ਆਪ ਦਰਸ਼ਨ ਕਰ ਰਹੇ ਹੈਗੇ ਹੋ, ਇਹ ਉਹ ਪੁਰਾਤਨ ਨਿਸ਼ਾਨ ਸਾਹਿਬ ਹੈ ਜਿਹੜਾ ਮਹਾਰਾਜ ਨੇ ਆਪਣੇ ਹੱਥ ਨਾਲ ਲਗਾਇਆ ਸੀ, ਤੇ ਇਹ ਥੱਲੇ ਤੱਕ ਜਾਂਦਾ ਹੈ ਜਿੱਥੇ ਕਿ ਪੁਰਾਤਨ ਪੌਰਾ ਸਾਹਿਬ ਦਾ ਸਥਾਨ ਬਣਿਆ ਹੈ। ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਂਹ ਬਾਬਾ ਨਾਨਕਾ। ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ